ਸਾਹਿਬ ਜੀਓ। ਜਾਮ ਗੁਰੂ ਹੈ ਵੱਲ ਤਨੇ ਕਿਆ ਗੌਰਵ ਦੀਜੈ। ਜਾਮ ਗੁਰੂ ਹੈ ਵੱਲ ਲਖ ਬਾਹੀ ਕਿਆ ਕੀਜੈ। ਜਾਮ ਗੁਰੂ ਹੈ ਵੱਲ ਗਿਆਨ ਸੋ ਧਿਆਨ ਅਨਨ ਪਰ। ਜੋ ਗੁਰੂ ਗੁਰੂ ਐਨਿਸ ਜਪੈ ਦਾਸ ਭਟ ਬੇਨਤ ਕਹੈ। ਜੋ ਗੁਰੂ ਰਿਦ ਮੈਂ ਰਹਿ ਸੋ ਥਿਰ ਰਹਿਓ। ਗੁਰ ਬਿਨ ਕੋਰੇ ਅੰਧਾਰ ਹੈ ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨਾ ਸਿਧ ਗੁਰੂ ਬਿਨ ਮੁਕਤ ਨਾ ਪਾਵੈ। ਹਮ ਨਾ ਕਰ ਸਕਹਿ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ। ਪੌੜੀ ਦੂਜੀ। ਸੱਸਾ ਸਭ ਜਗ ਸਹਿਜ ਉਪਾਇਆ ਤੀਨ ਭਵਨ ਇਕ ਜੋਤੀ। ਸੱਸਾ ਸਭ ਜਗ ਸਹਿਜ ਉਪਾਇਆ ਤੀਨ ਭਵਨ ਇਕ ਜੋਤੀ। ਗੁਰਮੁਖ ਵਸਤ ਪ੍ਰਾਪਤ ਹੋਵੈ ਚੁਨਨੈ ਮਾਨਕ ਮੋਤੀ। ਸਮਝੈ ਸੂਝੈ ਪੜ ਪੜ ਬੁਝੈ ਅੰਤ ਨਿਰੰਤਰ ਸਾਚਾ। ਗੁਰਮੁਖ ਦੇਖੈ ਸਾਥ ਸੰਭਾਲੇ ਬਿਨ ਸਾਚੀ ਜਗ ਕਾਚਾ। ਗੁਰਮੁਖ ਦੇਖੈ ਸਾਥ ਸੰਭਾਲੇ ਬਿਨ ਸਾਚੀ ਜਗ ਕਾਚਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਬੜਭਾਗੇ ਹੋ ਭਾਈ ਜੋ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਾਤਸ਼ਾਹੀ ਦਸਵੀਂ ਦੇ ਪਾਵਨ ਅਸਥਾਨਾਂ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਪੈ ਭਰ ਰਹੇ ਹੋ। ਬੜਭਾਗੇ ਹੋ ਭਾਈ। ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਕਿਰਪਾ ਦੇ ਨਾਲ ਓਂਕਾਰ ਬਾਣੀ ਦੇ ਜੋ ਵਿਚਾਰ ਆਰੰਭਤਾ ਕੀਤੀ ਸੀ, ਪਹਿਲੀ ਪੌੜੀ ਦੇ ਵਿੱਚ ਉਸ ਓਂਕਾਰ ਇੱਕ ਓਂਕਾਰ ਏਕੰਕਾਰ ਦੀ ਗੱਲ ਕਰਦੇ ਹੋਏ ਸਾਨੂੰ ਉਸ ਪਰਮਾਤਮਾ ਦੇ ਬਾਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਸੀ। ਅੱਜ ਸਤਿਗੁਰੂ ਮਹਾਰਾਜ ਦੂਜੀ ਪੌੜੀ ਦੇ ਵਿੱਚ ਸਾਨੂੰ ਸੱਸੇ ਅੱਖਰ ਦੇ ਨਾਲ ਸਮਝਾਉਣਾ ਕਰਦੇ ਨੇ, ਕਿਉਂਕਿ ਓਂਕਾਰ ਜੋ ਬਾਣੀ ਹੈ
ਉਹ ਪੂਰੀ ਦੀ ਪੂਰੀ, ਜਿਵੇਂ ਕਹੀਏ ਆਪਾਂ ਊੜੇ ਆੜੇ ਦਾ ਜਿਹੜਾ ਪੂਰੇ ਦਾ ਪੂਰਾ ਅਰਥ ਦੱਸੇ ਗਏ ਨੇ। 35 ਦੇ ਅਰਥ ਦੱਸ ਕੇ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਕਿ 35 ਅੱਖਰ ਕੀ ਕਹਿਣਾ ਚਾਹੁੰਦੇ ਨੇ। 35 ਅੱਖਰਾਂ ਦੇ ਨਾਲ ਸਾਨੂੰ ਉਸ ਪਰਮਾਤਮਾ ਦੇ ਧਰ ਦਾ ਗਿਆਨ ਕਿਵੇਂ ਮਿਲਦਾ, ਕਿਉਂਕਿ ਦੁਨੀਆ ਦੇ ਪਹਾੜੇ, ਦੁਨੀਆ ਦੇ ਵਿੱਚ ਪੜ੍ਹਾਈ ਬਹੁਤ ਤਰ੍ਹਾਂ ਦੀ ਹੈ। ਸੰਸਾਰੀ ਵਿੱਦਿਆ ਕਹਿੰਦੇ ਪੜ੍ਹੀ ਜਾਂਦੇ ਆ ਕਹਿੰਦੇ, ਪਰ ਉਹ ਜਿਹੜੀ ਵਿੱਦਿਆ ਹੈ, ਸਤਿਗੁਰ ਕਹਿੰਦੇ ਉਹ ਵਿੱਦਿਆ ਪੜ੍ਹਨ ਦਾ ਲਾਭ ਤਾਂ ਹੀ ਹੈ ਜੇ ਉਸ ਵਿੱਦਿਆ ਦੇ ਵਿੱਚੋਂ ਵੀ ਤੈਨੂੰ ਕਰਤੇ ਪੁਰਖ ਦੀ ਸੋਝੀ ਮਿਲ ਜਾਵੇ। ਜੇ ਦੁਨਿਆਵੀ ਵਿੱਦਿਆ ਦੇ ਵਿੱਚੋਂ ਵੀ ਨਾ ਤੂੰ ਚਾਹੁੰਦਾ ਹੈ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਜੇ ਪਰਉਪਕਾਰ ਕਰਦਾ ਕਿਸੇ ਦੇ ਉੱਤੇ, ਉਸ ਵਿੱਦਿਆ ਦੇ ਨਾਲ ਕਿਸੇ ਦਾ ਭਲਾ ਕਰਦਾ ਨਾ, ਉਹ ਵਿੱਦਿਆ ਵੀ ਤਾਂ ਕਾਮਯਾਬ ਹੈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਇਹ ਗੱਲ ਦੀ ਸੰਪੂਰਨਤਾ, ਇਹ ਗੱਲ ਸਮਝਾ ਦਿੱਤੀ ਕਿ ਉਹ ਪੜ੍ਹਿਆ ਕਿਸੇ ਕੰਮ ਦਾ ਨਹੀਂ ਜਿਸ ਦੇ ਵਿੱਚ ਤੈਨੂੰ ਪਰਮੇਸ਼ਰ ਦੀ ਯਾਦ ਨਾ ਜੁੜੇ, ਜਿਹਦੇ ਨਾਲ ਤੈਨੂੰ ਪਰਮੇਸ਼ਰ ਦਾ ਪਿਆਰ ਨਾ ਪਵੇ। ਕਿਉਂਕਿ ਪੜ੍ਹਨਾ ਤਾਂ ਉਹੀ ਚੰਗਾ ਨਾ ਜਿੱਥੇ ਸਾਨੂੰ ਪਰਮੇਸ਼ਰ ਯਾਦ। ਜਿਹੜੇ ਕੰਮ ਦੇ ਵਿੱਚ ਗਿਆਨ ਹੈ, ਤੇ ਗਿਆਨ ਕਿਸੇ ਵੀ ਕੰਮ ਦਾ ਲਈਏ ਤੇ ਅਸੀਂ ਆਮ ਕਰਕੇ ਘਰਾਂ ਦੇ ਵਿੱਚ ਕਹਿੰਦੇ ਵੀ ਕੋਈ ਵੀ ਕੰਮ ਆਰੰਭ ਕਰੀਏ ਜੀ ਤੇ ਪਰਮੇਸ਼ਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਘਰੇ ਪਵਾ ਦਈਏ। ਜੇ ਹਿੰਦੂ ਮਤ ਦੇ ਨਾਲ ਸੰਬੰਧ ਹੈ ਤਾਂ ਉਹ ਕਹਿੰਦਾ ਜੀ ਹਵਨ ਆਦਿਕ ਕਰਵਾ ਦਈਏ। ਜੇ ਕੋਈ ਮੁਸਲਮਾਨ ਮਤ ਦੇ ਨਾਲ ਦਾ ਸੰਬੰਧਤ ਹੈ, ਉਹ ਚਾਹੁੰਦਾ ਵੀ ਮੇਰੇ ਘਰ ਦੇ ਵਿੱਚ ਉਸ ਖੁਦਾ ਦੇ ਘਰ ਦੀ ਜਿਹੜੀ ਕੁਰਾਨ ਦੀਆਂ ਆਇਤਾਂ ਦਾ ਕੁਝ ਉਚਾਰਨ ਹੋ ਜਾਵੇ। ਕਹਿਣ ਦਾ ਭਾਵ ਕਿ ਕੋਈ ਵੀ ਧਰਮ ਦਾ ਕਰਮ ਕਰਦਾ ਹੈ, ਕੋਈ ਵੀ ਚੰਗੇ ਕੰਮ ਵੱਲ ਦਾ ਤੁਰਦਾ ਹੈ, ਉਹ ਪਰਮਾਤਮਾ ਨੂੰ ਯਾਦ ਕਰਦਾ ਹੈ। ਕਿਸੇ ਵੀ ਗਿਆਨ ਨੂੰ ਲੈਣਾ ਉਹ ਯਾਦ ਕਰਿਆ ਜਾਂਦਾ ਹੈ। ਇਸ ਤਰ੍ਹਾਂ ਕਰਕੇ ਪਹਿਲੀ ਪੌੜੀ ਦੇ ਵਿੱਚ ਸਾਨੂੰ ਇਹੀ ਉਸ ਓੰਕਾਰ ਵਾਹਿਗੁਰੂ ਪਰਮਾਤਮਾ ਦੇ ਘਰ ਦੀ ਵਿਚਾਰ ਦੱਸੀ ਤੇ ਰਹਾਉ ਦੀ ਪੰਗਤੀ ਵਿੱਚ ਸਾਨੂੰ ਸਮਝਾਉਣਾ ਕੀਤਾ ਕਿ ਪੜ੍ਹਨਾ ਚੰਗਾ ਹੈ, ਪਰ ਪੜ੍ਹਿਆ ਉਹ ਚੰਗਾ ਜਿਹਦੇ ਵਿੱਚ ਪਰਮੇਸ਼ਰ ਦੀ ਯਾਦ ਜੁੜੀ ਰਹੇ। ਅੱਜ ਪਹਿਲੀ ਪੌੜੀ ਤੋਂ ਬਾਅਦ ਦੂਸਰੀ ਪੌੜੀ ਵਿੱਚ ਸਤਿਗੁਰੂ ਜੀ ਸਾਨੂੰ ਇਸ ਸੰਸਾਰ ਦੀ ਜਿਹੜੀ ਵਿਉਂਤਬੰਦੀ ਹੈ, ਇਹ ਸੰਸਾਰ ਕਿਵੇਂ ਬਣਿਆ ਹੈ, ਇਹਨੂੰ ਕਿਵੇਂ ਬਣਾਇਆ, ਉਹਦੇ ਬਾਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਇਹ ਵਿਚਾਰ ਸਮਝਾਉਣਾ ਕਰਦੇ ਨੇ। ਸਾਰੀ ਵਿਚਾਰ ਇੱਕ ਓੰਕਾਰ ਦੀ ਹੈ। ਓੰਕਾਰ ਦੇ ਮੰਦਰ ਦੇ ਵਿੱਚ ਜਾ ਕੇ ਇਹ ਸਾਰੀ ਵਿਚਾਰ ਸਤਿਗੁਰੂ ਮਹਾਰਾਜ, ਜਿਹੜਾ ਕਿ ਨਰਮਦਾ ਨਦੀ ਦੇ ਕਿਨਾਰੇ ਤੇ ਹੈ, ਉਸ ਨਦੀ ਦੇ ਕਿਨਾਰੇ ਦੇ ਉੱਤੇ ਮੰਦਰ ਦੇ ਵਿੱਚ ਬਹਿ ਕੇ ਸਤਿਗੁਰੂ ਜੀ ਇੱਕ ਜਾਣੇ ਨੂੰ ਨਹੀਂ, ਦੋ ਜਾਣੇ ਨੂੰ ਨਹੀਂ, ਤਿੰਨ ਜਾਣਿਆਂ ਨੂੰ ਨਹੀਂ, ਸਤਿਗੁਰੂ ਮਹਾਰਾਜ ਪੂਰੀ ਲੋਕਾਈ ਨੂੰ ਸਮਝਾ ਰਹੇ ਨੇ। ਤੇ ਆਪਾਂ ਦੇਖਦੇ ਹਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਨ ਸੋਆ। ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਚਰਨ ਟਿਕਾ ਦਿੱਤੇ ਨੇ, ਉਹ ਪੂਜਾ ਵਾਲਾ ਸਥਾਨ ਬਣ ਗਿਆ। ਤੇ ਦੂਜੇ ਪਾਸੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾ ਕੇ ਗਿਆਨ ਵੰਡਿਆ, ਉਹ ਗਿਆਨ ਕਹਿੰਦੇ ਉਹਨਾਂ ਦੇ ਮਨਾਂ ਦੇ ਵਿੱਚ ਸਥਿਰ ਹੋ ਗਿਆ ਹੈ। ਤੇ ਸਤਿਗੁਰ ਮਹਾਰਾਜ ਅੱਜ ਉਸੇ ਹੀ ਏਕ ਓੰਕਾਰ ਬਾਣੀ ਦੇ ਰਾਹੀਂ ਸਤਿਗੁਰੂ ਮਹਾਰਾਜ ਸਾਨੂੰ ਦੂਜੀ ਪੌੜੀ ਵਿੱਚ ਕੀ ਕਹਿ ਰਹੇ ਨੇ, ਆਓ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਇੱਕ ਵਾਰ ਮੁਖ ਨੂੰ ਕਰੋ ਜੀ ਪਵਿੱਤਰ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰੂ ਜੀ ਕਹਿੰਦੇ, ਸਤਸਾ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਸਮਝਾਉਣਾ ਕਰਦੇ ਨੇ, ਸ਼ਬਦ ਵਿੱਚ ਆਇਆ ਹੈ ਸਹਿਜ, ਹੌਲੀ ਹੌਲੀ ਦੀ ਅਵਸਥਾ। ਆਪਾਂ ਸਹਿਜ ਦੇ ਅਰਥ ਕਈ ਕਰ ਦਿੰਦੇ ਹਾਂ। ਸਹਿਜ ਦੇ ਵਿੱਚ ਹੋ ਕੇ ਸੰਪੂਰਨ ਗਿਆਨ ਦੇ ਵਿੱਚ ਮਿੱਥੇ ਗਿਨੇ ਅਨੁਸਾਰ। ਕਈ ਵਾਰ ਮਨ 'ਚ ਆਉਂਦਾ ਜੀ
ਕਈ ਲੋਕ ਕਹਿੰਦੇ ਸ੍ਰਿਸ਼ਟੀ ਤਾਂ ਜੀ ਇੱਦਾਂ ਬਣ ਗਈ, ਇੱਦਾਂ ਬਣ ਗਈ। ਕਿਉਂਕਿ ਕਈ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੈ, ਜਿਹੜੇ ਹਿੰਦੂ ਮਤ ਦੇ ਗ੍ਰੰਥ ਨੇ ਉਹ 96,000 ਸਾਲ 96,000 ਕਰੋੜ ਸਾਲ ਪਹਿਲਾਂ ਦੱਸਦੇ ਨੇ ਧਰਤੀ ਦੀ ਉਤਪਤੀ। ਹਿੰਦੂ ਮਤ ਦੇ ਅਨੁਸਾਰ ਉਹ ਕਹਿੰਦੇ ਜੀ ਪੁਰਾਤਨ ਧਰਮ ਸਾਰਿਆਂ ਤੋਂ ਹਿੰਦੂ ਮਤ, ਸਨਾਤਨ ਮਤ ਜਿਹੜਾ ਸਭ ਤੋਂ ਪੁਰਾਣਾ ਮਤ ਹੈ। ਤੇ ਜੇਕਰ ਕਹਿੰਦੇ ਮੁਸਲਮਾਨ ਮਤ ਦੀ ਕਰੀਏ ਗੱਲ, ਤੇ ਮੁਸਲਮਾਨ ਮਤ ਦੇ ਲੋਕ ਕਹਿਣਾ ਕਰਦੇ ਨੇ ਕਿ 7,000 ਸਾਲ ਪਹਿਲਾਂ ਇਸ ਧਰਤੀ ਦੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਤੇ ਇਸੇ ਤਰ੍ਹਾਂ ਜੇਕਰ ਕਹਿੰਦੇ ਈਸਾਈ ਮਤ ਦੀ ਗੱਲ ਕਰੀਏ, ਉਹ ਕਹਿੰਦੇ ਨੇ ਜਿਸ ਸਮੇਂ ਈਸਾ ਮਸੀਹ ਦਾ ਜਨਮ ਹੋਇਆ ਉਦੋਂ ਕਹਿੰਦੇ ਇਹ ਧਰਤੀ ਬਣੀ ਹੈ, ਉਦੋਂ ਪਹਿਲਾਂ ਕਹਿੰਦੇ ਕੁਛ ਨਹੀਂ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖਦੇ ਹਾਂ, ਸਾਰੇ ਮਤ ਆਪਣਾ ਆਪਣਾ ਦੱਸੀ ਜਾ ਰਹੇ ਨੇ। ਜਿਵੇਂ ਕੋਈ ਇੰਨੇ 100 ਸਾਲ ਕਹਿ ਰਿਹਾ ਹੈ, ਕੋਈ 7,000 ਸਾਲ ਕਹਿ ਰਿਹਾ ਹੈ, ਕੋਈ 4,000 ਸਾਲ ਕਹਿ ਰਿਹਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਲ ਕਰੀਏ ਤੇ ਸਿੱਖਾਂ ਵਾਸਤੇ ਤਾਂ ਫਿਰ ਇਹ ਹੈ ਨਾ ਕਿ 550 ਸਾਲ 67 ਸਾਲ ਪਹਿਲਾਂ ਜਿਹੜੀ ਹੈ ਧਰਤੀ ਬਣੀ ਹੈ, ਸਾਡਾ ਮਤਲਬ ਤਾਂ ਇਹ ਬਣ ਗਿਆ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਜਿਵੇਂ ਈਸਾ ਮਸੀਹ ਦੇ ਲੋਕ ਕਹਿ ਰਹੇ ਨੇ ਕਿ ਇੱਦਾਂ ਹੋ ਸਕਦੀ ਹੈ, ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਤਾਬਕ ਤਾਂ ਆਪਾਂ ਇਹੀ ਮੰਨ ਸਕਦੇ ਹਾਂ ਵੀ ਭਾਈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਜਨਮ ਹੋਇਆ ਉਦੋਂ ਧਰਤੀ ਬਣੀ। ਪਰ ਇਸ ਗੱਲ ਨੂੰ ਨਕਾਰਦੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਕਹਿ ਰਹੇ ਨੇ ਜਪਜੀ ਸਾਹਿਬ ਦੇ ਵਿੱਚ? ਸਤਿਗੁਰ ਕਹਿੰਦੇ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ। ਉਹ ਕਹਿੰਦੇ ਅਸੀਂ ਨਹੀਂ ਜਾਣਦੇ, ਕਿਉਂਕਿ ਅਸੀਂ ਦੇਖੋ ਪਰਮਾਤਮਾ ਦੇ ਪਰਮ ਸਰੂਪ ਸਨ ਗੁਰੂ ਨਾਨਕ ਸਾਹਿਬ ਮਹਾਰਾਜ, ਕੁਝ ਵੀ ਕਹਿ ਸਕਦੇ, ਬੋਲ ਉਹਨਾਂ ਦੇ ਸੱਚ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਕਰਤੇ ਪੁਰਖ ਦੀ ਬਾਣੀ ਦੇ ਅਨੁਸਾਰ, ਉਸ ਪਰਮਾਤਮਾ ਦੇ ਘਰ ਦੇ ਅਨੁਸਾਰ ਜਿਹੜਾ ਹੁਕਮ ਆਉਂਦਾ ਉਹਨਾਂ ਦੇ ਕੋਲ, ਉਹ ਹੁਕਮ ਨੂੰ ਬੋਲਦੇ ਹੋਏ ਕਹਿ ਰਹੇ ਨੇ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ। ਆਪਾਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਵਿੱਚ ਸੁਣਦੇ ਹਾਂ, ਸਭ ਤੋਂ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਕਹਿੰਦੇ ਉਹ ਪ੍ਰਮਾਤਮਾ ਨੇ ਦੂਜੀ ਕੁਦਰਤ ਸਾਜੀ, ਪਹਿਲਾਂ ਆਪਣਾ ਆਪ ਸਾਜਿਆ, ਸੰਸਾਰ ਸਾਜਿਆ, ਤੇ ਕਹਿੰਦੇ ਇਸ ਸੰਸਾਰ ਨੂੰ ਸਾਜਿਆ ਨਾ ਕੀਤਾ। ਕਹਿਣ ਦਾ ਭਾਵ ਕਿਸੇ ਹੋਰ ਦੂਜੇ ਵਿਅਕਤੀ ਨੇ ਨਹੀਂ ਬਣਾਉਣਾ ਕੀਤੀ। ਇਹ ਸਭ ਕੁਝ ਜਿਹੜਾ ਪਸਾਰਾ ਪਸਰਿਆ, ਉਹ ਪਸਾਰੇ ਨੂੰ ਸਹਿਜ ਜੀ ਅਵਸਥਾ ਦੇ ਵਿੱਚ ਗਿਣੇ ਮਿਥੇ ਕਾਨੂੰਨ ਦੇ ਅਨੁਸਾਰ ਆਪਾਂ ਵੇਖਦੇ ਹਾਂ ਨਾ, ਕਿਸੇ ਸੰਸਥਾ ਨੂੰ ਬਣਾਇਆ ਜਾਵੇ, ਉਹ ਸੰਸਥਾ ਦਾ ਕਾਨੂੰਨ ਬਣਾਇਆ ਜਾਂਦਾ ਜੀ। ਇੰਨੇ ਨਿਯਮ ਨੇ ਜੀ, ਇਹ ਨਿਯਮਾਂ ਦੇ ਅਨੁਸਾਰ ਸਾਰੇ ਮੈਂਬਰ ਚੱਲਣਗੇ। ਤੇ ਜੇ ਕੋਈ ਇਹਨਾਂ ਨਿਯਮਾਂ ਦੀ ਕੋਈ ਮੈਂਬਰ ਉਲੰਘਣਾ ਕਰੂ ਤੇ ਉਹਨੂੰ ਸਜ਼ਾ ਦਿੱਤੀ ਜਾਵੇਗੀ, ਉਹਨੂੰ ਸਜ਼ਾ ਦਿੱਤੀ ਜਾਵੇਗੀ। ਕਿਉਂਕਿ ਜਿਹੜਾ ਬੰਦਾ ਕਿਸੇ ਕਾਨੂੰਨ ਦੀ ਉਲੰਘਣਾ ਕਰਦਾ ਹੈ, ਹੁਣ ਮੰਨ ਲਓ ਭਾਰਤ ਦਾ ਕਾਨੂੰਨ ਬਣਾਇਆ ਹੈ, ਉਹਦੀ ਕਾਨੂੰਨ ਦੀ ਉਲੰਘਣਾ ਜਦੋਂ ਕੀਤੀ ਜਾਂਦੀ ਹੈ ਤੇ ਫਿਰ ਨਾਲ ਦੀ ਨਾਲ ਪੁਲਿਸ ਵਾਲੇ ਆ ਕੇ ਕਹਿੰਦੇ ਚੱਕ ਕੇ ਲੈ ਜਾਂਦੇ ਨੇ ਭਾਈ। ਹੁਣ ਇਸੇ ਤਰ੍ਹਾਂ ਜਿਹੜਾ ਕੋਈ ਪਰਮਾਤਮਾ ਦੇ ਕਾਨੂੰਨ ਵਿੱਚ ਨਹੀਂ ਚੱਲਦਾ, ਉਸ ਮਨੁੱਖ ਦਾ ਜਿਹੜਾ ਜੀਵਨ ਹੈ ਅਸਫਲ ਹੈ, ਸਫਲ ਨਹੀਂ ਹੈ। ਉਹ ਮਨੁੱਖ ਦਾ ਜੀਵਨ ਅਸਫਲ ਹੈ, ਉਹ ਕਾਮਯਾਬ ਨਹੀਂ ਹੋ ਸਕਦਾ। ਕਿਉਂ ਕਾਮਯਾਬ ਤੋਂ ਭਾਵ ਇਹ ਜਨਮ ਮਨੁੱਖਾਂ ਦੇ ਹੀ ਜਿਹੜੀ ਮਿਲੀ ਹੈ, ਉਹ ਸਫਲ ਨਹੀਂ ਹੋ ਸਕਦੀ। ਉਹਦੀ ਉਹ ਫਿਰ ਕੀ ਹੋਵੇਗਾ? ਉਹ ਵਾਰ-ਵਾਰ ਜੂਨਾਂ ਵਿੱਚ ਆਵੇਗਾ, ਮਰ ਗਿਆ, ਫਿਰ ਜੰਮਿਆ, ਫਿਰ ਮਰ ਗਿਆ, ਫਿਰ ਕਹਿੰਦੇ ਜਨਮ ਲੈ ਲਿਆ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਤ੍ਰਿੰਕਾਲ ਇਹ ਦੇਹ ਸੰਜਰੀਆ। ਜਿਹਨੂੰ ਸੌਖੇ ਜਿਹੇ ਸ਼ਬਦਾਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਦੁਬਾਰਾ ਫਿਰ ਕਹਿ ਦਿੱਤਾ, ਭਈ ਪ੍ਰਾਪਤ ਮਾਨਕ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੀਰੀ ਵਰੀਆ।
ਇਸੇ ਕਰਕੇ ਜਿਹੜਾ ਕੋਈ ਉਸ ਪ੍ਰਮਾਤਮਾ ਦੇ ਕਾਨੂੰਨ ਦੀ ਉਲੰਘਣਾ ਕਰਦਾ ਫਿਰ ਆਏ ਜਾਏ ਦੁੱਖ ਪਾਏਗਾ, ਉਹ ਫਿਰ ਦੁੱਖਾਂ ਦੇ ਵਿੱਚ ਹੀ ਗੁਜ਼ਰਦਾ ਰਹਿੰਦਾ। ਤੇ ਕਿਉਂਕਿ ਜਿਹੜਾ ਸੰਸਾਰ ਹੈ ਨਾ, ਸੰਸਾਰ ਦੇ ਵਿੱਚ ਹਰ ਮਨੁੱਖ ਨੇ ਆਉਣਾ ਤੇ ਜਾਣਾ ਵੀ ਹੈ। ਅੱਜ ਕੱਲ੍ਹ ਦੀਆਂ ਕਰਦੇ ਆ ਕਾਲ ਵਿਆਪੈ, ਆਉਂਦਾ ਕਾਲ। ਕਿਉਂਕਿ ਮਨੁੱਖਾਂ ਦੀ ਜਿਹੜੀ ਜ਼ਿੰਦਗੀ ਹੈ ਨਾ, ਉਹ ਇੱਕ ਨਦੀ ਦੀ ਤਰ੍ਹਾਂ, ਜਿਵੇਂ ਇੱਕ ਨਦੀ ਦੇ ਵਿੱਚ ਪਾਣੀ ਵਹਿੰਦਾ ਜਾਂਦਾ ਤੇ ਕਹਿੰਦੇ ਦੋ ਕਿਨਾਰੇ ਹੁੰਦੇ ਨੇ, ਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਹੈ। ਇੱਕ ਸਾਡਾ ਕਿਨਾਰਾ ਹੈ ਜਨਮ, ਇੱਕ ਸਾਡਾ ਕਿਨਾਰਾ ਹੈ ਮੌਤ, ਤੇ ਉਮਰ ਰੂਪ ਸਾਡੀ ਨਦੀ ਦੇ ਵਿੱਚ ਪਾਣੀ ਵਹਿੰਦਾ ਜਾ ਰਿਹਾ। ਜਿਹੜੀ ਉਮਰ ਹੈ ਨਾ, ਉਹ ਪਾਣੀ ਦੀ ਤਰ੍ਹਾਂ ਕਹਿੰਦੇ ਬੀਤਦੀ ਜਾਂਦੀ ਹੈ। ਅੱਜ 1 ਸਾਲ, ਕੱਲ੍ਹ ਨੂੰ 2 ਸਾਲ, ਕਿ 3 ਸਾਲ। ਇੱਕ ਦਿਨ ਐਸਾ ਆਉਂਦਾ ਕਹਿੰਦੇ ਬੁਢੇਪੇ ਦੇ ਵਿੱਚੋਂ ਕਿ ਇਹ ਮਨੁੱਖ ਤੁਰੇ ਜਾਂਦਾ ਹੈ। ਕੋਈ 100 ਸਾਲ, ਕੋਈ 80 ਸਾਲ, ਕੋਈ ਘਟਦੇ ਘਟਦੇ ਕਹਿੰਦੇ ਕਿੰਨੇ ਘਟੀ ਜਾ ਰਹੇ ਨੇ। ਇਸੇ ਤਰ੍ਹਾਂ ਕਰਕੇ ਕਹਿਣ ਦਾ ਭਾਵ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਜੋਗੀਆਂ ਨੇ ਸਵਾਲ ਪੁੱਛਿਆ, ਮਹਾਰਾਜ ਕਿ ਮਨੁੱਖ ਕਿਵੇਂ ਆਉਂਦਾ ਹੈ ਸੰਸਾਰ ਵਿੱਚ, ਕਿਵੇਂ ਜਾਂਦਾ ਹੈ, ਤੇ ਕਹਿੰਦੇ ਕਿੱਥੋਂ ਇਹ ਜਿਹੜੀ ਅਵਸਥਾ ਉਹ ਪੈਦਾ ਹੁੰਦੀ ਹੈ, ਕਿੱਥੇ ਸਮਾ ਜਾਂਦੀ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਸਹਿਜ ਅਵਸਥਾ ਵਿੱਚ ਆਉਂਦਾ ਹੈ ਮਨੁੱਖ, ਹੌਲੀ ਹੌਲੀ ਮਾਤਾ ਦੇ ਗਰਭ ਵਿੱਚ ਪ੍ਰਵੇਸ਼, ਤੇ ਕਹਿੰਦੇ ਫਿਰ ਮਾਤਾ ਦੇ ਗਰਭ ਦੇ ਵਿੱਚੋਂ ਕਹਿੰਦੇ ਜਨਮ ਹੁੰਦਾ, ਹੌਲੀ ਹੌਲੀ ਕਰਦੇ ਕਹਿੰਦੇ ਫਿਰ ਇਹ ਵੱਡਾ ਹੁੰਦਾ, ਇੱਦਾਂ ਕਰਦੇ ਕਹਿੰਦੇ ਸਹਿਜੇ ਜਾਏ, ਤੇ ਹੌਲੀ ਹੌਲੀ ਕਹਿੰਦੇ ਸੰਸਾਰ ਵਿੱਚੋਂ ਚਲਿਆ ਜਾਂਦਾ। ਹੁਣ ਸਤਿਗੁਰੂ ਜੀ ਕਹਿਣਾ ਕਰਦੇ ਨੇ, ਸਹਿਜੇ ਆਵੈ ਸਹਿਜੇ ਜਾਵੈ, ਮਨ ਤੇ ਉਪਜੇ ਮਨ ਮੈਂ ਸਮਾਏ। ਸਤਿਗੁਰੂ ਕਹਿੰਦੇ ਕਿ ਭਾਈ ਸਹਿਜ ਜੀ ਅਵਸਥਾ ਵਿੱਚ ਆਉਂਦਾ ਤੇ ਚਲਿਆ ਜਾਂਦਾ ਹੈ। ਤੇ ਮਨ ਕਹਿੰਦੇ ਨੇ, ਮਨ ਨਾਮ ਹੈ ਫੁਰਨਿਆਂ ਦਾ। ਜਦੋਂ ਦਿਲ ਤੇ ਦਿਮਾਗ ਦੋਵੇਂ ਇਕੱਠੇ ਮਿਲਦੇ ਨੇ ਤੇ ਫੁਰਨਾ ਬਣਦਾ ਹੈ। ਤੇ ਕਹਿੰਦੇ ਜਦੋਂ ਫੁਰਨਾ ਬਣ ਜਾਂਦਾ ਹੈ, ਉਸ ਫੁਰਨੇ ਨੂੰ ਪੂਰਾ ਕਰਨ ਵਾਸਤੇ ਫਿਰ ਜੀ ਜਾਨ ਲਾ ਦਿੰਦੇ ਆ। ਮੰਨ ਲਓ ਫੁਰਨਾ ਬਣਿਆ ਕਿ ਮੈਂ ਜੀ ਫਲਾਨੀ ਚੀਜ਼ ਲੈਣੀ ਹੈ, ਜਾਂ ਕਹਦੀ ਜੀ ਮੈਂ ਬੰਗਲਾ ਬਣਾਉਣਾ ਹੈ, ਘਰ ਬਣਾਉਣਾ ਹੈ, ਕੋਠੀ ਬਣਾਉਣੀ ਹੈ, ਕਾਰ ਬਣਾਉਣੀ ਹੈ। ਜਾਂ ਕੋਈ ਬਾਹਲਾ ਜ਼ਿਆਦਾ ਗਰੀਬ ਹੈ ਜਿਹਦੇ ਕੋਲੋਂ ਸਾਈਕਲ ਤੱਕ ਨਹੀਂ ਲਿਆ, ਉਹ ਕਹਿੰਦਾ ਵੀ ਸਾਈਕਲ ਲੈਣਾ ਮੈਂ, ਮੰਨ ਲਓ। ਤੇ ਕਿਤੇ ਇੱਕ ਦਿਨ ਐਸਾ ਆਉਂਦਾ ਕਿ ਉਹ ਸਾਰਾ ਕੁਝ ਲੈ ਲੈਂਦਾ। ਕਹਿਣ ਦਾ ਭਾਵ ਉਸ ਨੂੰ ਪੂਰਾ ਕਰਨ ਵਾਸਤੇ ਫਿਰ ਜਿੰਦ ਜਾਨ ਪੂਰੀ ਲਾ ਦਿੰਦਾ ਹੈ ਬੰਦਾ। ਇਸੇ ਕਰਕੇ ਸਤਿਗੁਰ ਕਹਿੰਦੇ ਭਾਈ ਜਿਹੜਾ ਫੁਰਨੇ ਬਣਦੇ ਨੇ, ਉਹ ਫੁਰਨਿਆਂ ਦਾ ਨਾਮ ਹੀ ਮਨ ਹੈ। ਤੇ ਮਨ ਫੁਰਨਾ ਕਰਦਾ ਵੀ ਚਲੋ ਗੁਰਦੁਆਰੇ ਚੱਲੀਏ, ਤੇ ਰਸਤੇ ਦੇ ਵਿੱਚ ਆ ਕੇ ਮਨ ਬਦਲ ਗਿਆ, ਤੇ ਚੱਲ ਕੋਈ ਗੱਲ ਨਹੀਂ ਹੋਰ ਕਿਤੇ ਜਾ ਕੇ ਆਉਂਦੇ, ਥੋੜਾ ਕੰਮ ਜਾ ਕੇ ਆਉਂਦੇ ਆ, ਬਦਲ ਗਿਆ ਨਾ। ਮਨ ਦਾ ਫੁਰਨਾ ਹੈ, ਮਨ ਦੀ ਅਵਸਥਾ ਹੈ। ਇਸ ਕਰਕੇ ਜਿਹੜਾ ਜੀਵ ਪਰਮਾਤਮਾ ਦੇ ਹੁਕਮ ਵਿੱਚ ਆ ਜਾਂਦਾ ਤੇ ਹੁਕਮ ਵਿੱਚ ਚਲਿਆ ਜਾਂਦਾ, ਤੇ ਮਨ ਦੇ ਸੰਸਕਾਰ, ਮਨ ਦੇ ਫੁਰਨਿਆਂ ਦੇ ਕਾਰਨ ਕਹਿੰਦੇ ਇਹ ਇੱਥੇ ਸਮਾਇਆ ਰਹਿੰਦਾ ਤੇ ਇੱਥੋਂ ਚਲਿਆ ਜਾਂਦਾ ਹੈ। ਤੇ ਇਸ ਤਰ੍ਹਾਂ ਕਰਕੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਕਹਿੰਦੇ ਆਵਾਗਾਉਣ ਦਾ ਚੱਕਰ ਪੈਂਦਾ। ਪਰਮਾਤਮਾ ਦੇ ਹੁਕਮ ਵਿੱਚ ਹੀ ਕਹਿੰਦੇ ਇਸ ਸੰਸਾਰ ਵਿੱਚ ਫਿਰ ਸਫਲ ਹੋ ਜਾਂਦਾ ਹੈ, ਆਵਾਗਾਉਣ ਦੇ ਚੱਕਰਾਂ ਤੋਂ ਬਚ ਵੀ ਜਾਂਦਾ ਹੈ, ਤੇ ਕਹਿੰਦੇ ਆਵਾਗਾਉਣ ਦੇ ਚੱਕਰਾਂ 'ਚ ਪੈ ਵੀ ਜਾਂਦਾ ਹੈ। ਕਿਉਂਕਿ ਜਦੋਂ ਪਰਮਾਤਮਾ ਦੇ ਹੁਕਮ ਤੋਂ ਉਲਟ ਚੱਲਦਾ, ਪਰਮਾਤਮਾ ਦਾ ਹੁਕਮ ਕੀ ਹੈ? ਕਬੀਰ ਭਾਗ ਮਾਸਲੀ ਸੁਰਾਪਨ ਜੋ ਜੋ ਪ੍ਰਾਨੀ ਖਾਏ, ਤੀਰਥ ਨੇਮ ਵਰਤ ਕੀਏ ਸਭੇ ਰਸਾਤਲ ਜਾਏ। ਕਹਿੰਦੇ ਭਾਈ ਜੇ ਤੂੰ ਇੱਦਾਂ ਦੇ ਨਸ਼ੇ ਆਦਿਕਾਂ ਦੇ ਵੱਲ ਜਾਏਗਾ ਤੇ ਫਿਰ ਕਹਿੰਦੇ ਇੱਕ ਦਿਨ ਐਸਾ ਆਵੇਗਾ ਤੇਰੇ ਕੀਤੇ ਕਈ ਵਾਰ ਮਨ ਦੇ ਵਿੱਚ ਆਉਂਦੀ ਹੈ, ਮੈਂ ਤਾਂ ਜੀ ਫਲਾਣੇ ਤੀਰਥ ਤੇ ਜਾ ਕੇ ਇਸ਼ਨਾਨ ਕਰ ਆਂਦਾ ਤੇ ਮੇਰੇ ਸਾਰੇ ਪਾਪ ਧੁੱਲ ਗਏ ਨੇ। ਮਨ ਦੇ ਵਿੱਚ ਆਉਂਦੀ ਹੈ ਇੱਦਾਂ ਦੀ ਗੱਲ, ਸਾਰਿਆਂ ਦੇ ਆਉਂਦੀ ਹੈ, ਤੇ ਮੇਰੇ ਤਾਂ ਹੀ ਸਾਰੇ ਪਾਪ ਲੈ ਗਏ ਨੇ। ਪਰ ਭਗਤ ਕਬੀਰ ਸਾਹਿਬ ਕਹਿੰਦੇ ਇੱਕ ਪਾਸੇ ਪਾਪ ਲਾਉਣ ਦੀਆਂ ਗੱਲਾਂ ਕਰਦਾ ਤੇ ਇੱਕ ਪਾਸੇ ਜਾ ਕੇ ਕਹਿੰਦੇ ਫਿਰ ਆ ਨਸ਼ੇ ਆਦਿਕਾਂ ਦੇ ਵੱਲ ਲੱਗ ਕੇ ਸਰੀਰ ਨੂੰ ਗਾਲੀ ਵੀ ਜਾ ਰਹੇ ਆ।
ਤੇ ਜੇਕਰ ਇਦਾਂ ਕਰੇਗਾ ਤੇ ਇਦਾਂ ਕਰਨ ਦੇ ਨਾਲ ਤਾਂ ਫਿਰ ਕਹਿੰਦੇ ਸਭੈ ਰਸਾਤਲ ਜਾਏ। ਰਸਾਤਲ ਤੋਂ ਭਾਵ ਕਿ ਸਾਰੇ ਖਤਮ ਹੋ ਜਾਵਣਗੇ ਭਾਈ, ਇਹ ਤਾਂ ਖਾਲੀ ਮੈਦਾਨ ਹੋ ਜਾਵੇਗਾ। ਇਸ ਕਰਕੇ ਜਿਹੜਾ ਇਹ ਮਾਨਾ ਇਹਨੂੰ ਕਹਿੰਦੇ ਜੇਕਰ ਜੋੜਨਾ ਗੁਰੂ ਦੇ ਵੱਲ ਜੋੜਨਾ, ਤੇ ਜਦੋਂ ਕਹਿੰਦੇ ਗੁਰੂ ਵੱਲ ਜੁੜ ਗਿਆ, ਗੁਰੂ ਦੀ ਵਿਚਾਰ ਵੱਲ ਜੁੜ ਗਿਆ, ਤੇ ਇੱਕ ਦਿਨ ਐਸਾ ਆਵੇਗਾ ਇਹਦਾ ਆਵਾਗਾਉਣ ਖਤਮ ਹੋ ਜਾਵੇਗਾ, ਆਉਣ ਜਾਣ ਦਾ ਚੱਕਰ ਹੀ ਮੁਕਾ ਦੇਵੇਗਾ। ਕਿਉਂਕਿ ਜਨ ਨਾਨਕ ਲੇਖਾ ਸਮਝਾ, ਉਹਦੇ ਲੇਖੇ ਗੁਰੂ ਨਾਨਕ ਸਾਹਿਬ ਪਾੜ ਦਿੰਦੇ ਨੇ, ਜਿਨ੍ਹਾਂ ਦੇ ਗੁਰੂ ਨਾਨਕ ਦੇ ਚਰਨਾਂ ਦਾ ਓਟ ਆਸਰਾ ਤੱਕ ਲਿਆ, ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਆਪਣੇ ਅੰਦਰ ਵਸਾ ਲਿਆ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਵਸਾ ਲਿਆ। ਨਹੀਂ ਤਾਂ ਫਿਰ ਇੱਦਾਂ ਵੀ ਹੁੰਦਾ ਕਿ ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੂਟਾਂ ਖਾਵੇ। ਗੁਰੂ ਤੋਂ ਬੇਮੁਖ ਹੋ ਕੇ, ਗੁਰੂ ਤੋਂ ਦੂਰ ਹੋ ਕੇ ਜਿਹੜਾ ਚੱਲਦਾ, ਕਹਿੰਦੇ ਗੁਰੂ ਦੇ ਭਾਣੇ ਤੋਂ ਬਗੈਰ ਚੱਲਦਾ ਤੇ ਕਹਿੰਦੇ ਇਸ ਸੰਸਾਰ ਵਿੱਚ ਕਹਿੰਦੇ ਉਹ ਖੋ ਜਾਂਦਾ ਤੇ ਖਤਮ ਹੋ ਜਾਂਦਾ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਤੇ ਪਰ ਕਹਿੰਦੇ ਉਹਦਾ ਆਇਆ ਵੀ ਸਫਲ, ਉਹਦਾ ਇੱਥੋਂ ਜਾਣਾ ਵੀ ਸਫਲ। ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਆਪਾਂ ਹਰ ਇੱਕ ਵਾਸਤੇ ਵਰਤ ਦਿੰਦੇ ਆ ਨਾ ਵੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਪਰ ਸਤਿਗੁਰ ਕਹਿੰਦੇ ਭਾਈ ਉਹਦਾ ਸਫਲ ਹੈ, ਉਹ ਦਰਗਾਹ ਵਿੱਚ ਜਾਵੇਗਾ ਪਰਮਾਤਮਾ ਦੀ ਚ, ਜਿਹੜਾ ਪਰਮਾਤਮਾ ਦੇ ਘਰ ਦੇ ਬਾਰੇ, ਪਰਮਾਤਮਾ ਦੀ ਵਿਚਾਰ ਬਾਰੇ ਗਿਆਨ ਰੱਖਦਾ, ਜਿਹਨੇ ਪਰਮਾਤਮਾ ਦੇ ਹੁਕਮ ਨੂੰ ਮੰਨ ਲਿਆ, ਜਿਹਨੇ ਅੰਤਰ ਆਤਮੇ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਕਬੀਰ ਮੀਰਾ ਮੁਝ ਮੈਂ ਕਿਸ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਹੁਣ ਕਹੀ ਤਾਂ ਜਾਣੇ ਆ, ਇਹ ਵੀ ਗੱਲ ਨਾਲ ਹੈ, ਕਹਿੰਦੇ ਤਾਂ ਜ਼ਰੂਰ ਹੈ ਵੀ ਸਭ ਕੁਛ ਹੈ ਤੇਰਾ, ਪਰ ਕਹਿੰਦੇ ਜਦੋਂ ਗੁਰਮੁਖ ਪਿਆਰੋ ਦੇਣਾ ਪੈਂਦਾ ਨਾ, ਚੀਕਾਂ ਨਿਕਲ ਜਾਂਦੀਆਂ ਨੇ, ਫਿਰ ਚੀਕਾਂ ਮਾਰਦੇ ਆ। ਪਰ ਜਿਹਦੇ ਘਰ ਦੇ ਵਿੱਚੋਂ ਕੋਈ ਚਲਿਆ ਜਾਂਦਾ ਨਾ, ਉਹਦੇ ਪਰ ਇਹ ਹੁੰਦਾ ਵੀ ਪਰਮਾਤਮਾ ਨੇ ਤਾਂ ਇਹਨੂੰ ਮਾੜਾ ਕੀਤਾ ਜੀ ਬਹੁਤ, ਇਹ ਤਾਂ ਹਾਲੇ ਬਹੁਤ ਉਮਰ ਜੀ ਕੇ ਜਾਣਾ ਸੀ। ਜਾਂ ਕਿਹਦੀ ਵੀ ਸਾਡੇ ਕੋਲੋਂ ਮਾਈ ਚਲੀ ਜਾਵੇ ਨਾ, ਸਾਡਾ 10 ਲੱਖ 20 ਲੱਖ ਰੁਪਏ ਡਿੱਗ ਜੇ, ਜਾਂ ਕਿਹਦੀ 1000 ਰੁਪਏ ਡਿੱਗ ਜੇ, ਤੇ ਫਿਰ ਕਹਿੰਦੇ ਬਹੁਤ ਮਾੜਾ ਹੋਇਆ। ਤੇ ਦੇਣ ਲੱਗਿਆਂ ਬਹੁਤ ਚੀਕਾਂ ਨਿਕਲਦੀਆਂ ਨੇ। ਜਿਨ੍ਹਾਂ ਨੇ ਭਾਣੇ ਮੰਨੇ ਨੇ, ਜਿਨ੍ਹਾਂ ਨੇ ਹੁਕਮ ਮੰਨ ਲਿਆ, ਤੇ ਫਿਰ ਕਹਿੰਦੇ ਉਹਨਾਂ ਵਾਸਤੇ ਸਤਿਗੁਰ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਇਸ ਤਰ੍ਹਾਂ ਕਰਕੇ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ, ਉਹ ਲੋਕ, ਉਹਨਾਂ ਨੇ ਅੰਤਰ ਆਤਮੇ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਨੂੰ ਪਛਾਣ ਲਿਆ ਹੈ। ਉਹਨਾਂ ਨੇ ਪਛਾਣਿਆ ਜਿਨ੍ਹਾਂ ਨੇ ਸਹਿਜ ਧਾਰਨ ਕਰ ਲਿਆ, ਜਿਨ੍ਹਾਂ ਨੇ ਪ੍ਰਮਾਤਮਾ ਦਾ ਹੁਕਮ ਮੰਨ ਲਿਆ। ਤੇ ਫਿਰ ਕਹਿੰਦੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਕਿ ਪੌੜੀ ਦੇ ਵਿੱਚ ਸਹਿਜ ਦੀ ਗੱਲ ਕਰਦੇ ਨੇ, ਤੇ ਸਹਿਜ ਦਾ ਅਰਥ ਹੀ ਇਹ ਹੈ ਕਿ ਹੁਕਮ ਨੂੰ ਮੰਨ ਲੈਣਾ, ਬਸ ਹੁਕਮ ਨੂੰ ਮੰਨ ਲੈਣਾ। ਜੇ ਕਈ ਵਾਰ ਨਾ ਬੈਠੇ ਬੈਠੇ ਬੰਦੇ ਦੀ ਜਾਨ ਨਿਕਲ ਜੇ, ਮੰਨ ਲਓ ਅੱਜ ਤੁਹਾਡੇ ਸਾਹਮਣੇ ਬੋਲ ਰਹੇ ਐ, ਤੇ ਬੋਲਦਾ ਬੋਲਦਾ ਇੱਕਦਮ ਚੁੱਪ ਕਰ ਜਾਵਾਂ, ਤੇ ਕਹਿੰਦੀ ਤੇ ਪਰਿਵਾਰ ਵਾਲਿਆਂ ਨੇ ਰੌਲਾ ਪਾ ਦੇਣਾ ਹੈ ਵੀ ਆਹ ਕੀ ਹੋ ਗਿਆ। ਸਹਿਜ ਦੀ ਅਵਸਥਾ ਹੀ ਸਤਿਗੁਰੂ ਉਹਨੂੰ ਕਹਿੰਦੇ ਨੇ ਕਿ ਜਿੱਥੇ ਜੋ ਤੁਧ ਭਾਵੈ ਸਾਈ ਭਲੀ ਕਾਰ। ਸਹਿਜ ਦੀ ਅਵਸਥਾ ਹੀ ਉਹਨੂੰ ਕਹਿੰਦੇ। ਇਸ ਕਰਕੇ ਸਤਿਗੁਰੂ ਸਾਨੂੰ ਸਮਝਾਉਣਾ ਕਹਿੰਦੇ ਨੇ ਕਿ ਓੜਕ, ਕਿ ਜਿਵੇਂ ਕੂਟ ਕੁੱਟੇ ਨਾਨਕਾ ਓੜਕ ਸੱਚ ਰਹੀ। ਕਹਿੰਦੇ ਪਰਮਾਤਮਾ ਦੇ ਨਾਮ ਨੂੰ ਜਿਹੜਾ ਨਹੀਂ ਮੰਨਣਾ ਕਰਦਾ, ਜਿਹੜਾ ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦਾ ਮਨੁੱਖ, ਤੇ ਫਿਰ ਕਹਿੰਦੇ ਉਸ ਮਨੁੱਖ ਦਾ ਜਿਹੜਾ ਜੀਵਨ ਹੈ ਨਾਸ ਹੋ ਜਾਂਦਾ ਹੈ, ਤੇ ਆਖਰਕਾਰ ਰਹਿੰਦਾ ਸੱਚ ਹੀ ਹੈ। ਸਾਰੇ ਸੰਸਾਰ ਵਿੱਚ ਵੇਖਦੇ ਆ ਕਿ ਹਰ ਕੋਈ ਗੱਲਾਂ ਕਰਦਾ ਵੀ ਭਾਣਾ ਮੰਨਿਆ ਜਾਵੇ, ਹੁਕਮ ਮੰਨਿਆ ਜਾਵੇ, ਇਹ ਕੀਤਾ ਜਾਵੇ, ਪਰ ਕਹਿੰਦੇ ਜਦੋਂ ਇਹ ਸਾਰਾ ਕੁਝ ਕਰਨਾ ਪੈਂਦਾ ਤੇ ਉਸ ਸਮੇਂ ਮਨੁੱਖ ਕਹਿੰਦਾ ਨਹੀਂ, ਅੱਜ ਹੁਕਮ ਨਹੀਂ ਮੰਨਿਆ ਜਾ ਸਕਦਾ। ਤੇ ਫਿਰ ਨਾਲ ਦੇ ਬੈਠੇ ਵੀ ਇਹ ਕਹਿੰਦੇ ਵੀ ਭਾਈ ਦੇ ਘਰ ਤਾਂ ਇਹ ਹੋ ਗਿਆ, ਤੂੰ ਇਹਨੂੰ ਹੁਕਮ ਮੰਨਣ ਦੀਆਂ ਗੱਲਾਂ ਕਰਦਾ।
ਤੇ ਜੇਕਰ ਹੁਕਮ ਮੰਨਣਾ ਸਿੱਖਣਾ ਤੇ ਗੁਰੂ ਨਾਨਕ ਦੇ ਘਰ ਵਿੱਚ ਇਹੀ ਗੱਲ ਸਾਨੂੰ ਸਮਝਾਉਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਇੱਕ ਥਿਊਰੀ ਦੇ ਦਿੱਤੀ, ਲਿਖਤੀ ਰੂਪ ਦੇ ਦਿੱਤਾ ਗੁਰਬਾਣੀ ਦਾ। ਤੇ ਜੇਕਰ ਇਸ ਥਿਊਰੀ ਨੂੰ ਪ੍ਰੈਕਟੀਕਲ ਵੇਖਣਾ ਚਾਹੁੰਦੇ ਹਾਂ, ਕਿਉਂਕਿ ਬੱਚੇ ਨੇ ਨਾ, ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਪੜ੍ਹਦੇ ਬੱਚਿਆਂ ਨੂੰ ਥਿਊਰੀ ਕਰਵਾਈ ਜਾਂਦੀ ਹੈ। ਥਿਊਰੀ ਤੋਂ ਭਾਵ ਕਿ ਲਿਖਤੀ ਲਿਖਾਇਆ ਜਾਂਦਾ, ਕਾਪੀਆਂ ਦੇ ਉੱਤੇ ਲਿਖਵਾਇਆ ਜਾਂਦਾ ਬੱਚਿਆਂ ਨੂੰ, ਬੱਚਿਓ ਯਾਦ ਕਰਕੇ ਆਇਓ। ਕਿਤੇ ਸਾਲ ਉਸ ਬੱਚੇ ਨੂੰ ਕਹਿੰਦੇ ਲਿਖਾਇਆ ਜਾਂਦਾ, ਲਿਖਾ ਕੇ ਕਾਪੀਆਂ ਭਰੀਆਂ ਜਾਂਦੀਆਂ। ਸਾਡਾ ਮਨ ਕਰਦਾ ਵੀ ਕਾਪੀਆਂ ਖਰਾਬ ਕਰਵਾਈ ਜਾ ਰਹੇ ਨੇ, ਕਾਪੀਆਂ ਭਰਾਈ ਜਾਂਦੇ ਨੇ ਵੀ। ਤੇ ਕਹਿੰਦੇ ਅਖੀਰ ਵਿੱਚ ਉਹ ਜਿਹੜਾ ਸਾਲ ਯਾਦ ਕੀਤਾ ਬੱਚੇ ਨੇ, ਤੇ ਇੱਕ ਦਿਨ ਐਸਾ ਹੁੰਦਾ ਬਾਹਰੋਂ ਆ ਕੇ ਕਹਿੰਦੇ ਕੋਈ ਮਾਸਟਰ ਹੁੰਦਾ ਤੇ ਕਹਿੰਦੇ ਇਕੱਲੇ ਬੱਚੇ ਨੂੰ ਬੁਲਾ ਕੇ ਕਹਿੰਦਾ ਵੀ ਆਹ ਦੱਸ। ਉਦੋਂ ਪਤਾ ਲੱਗਦਾ ਵੀ ਥਿਊਰੀ ਯਾਦ ਕੀਤੀ ਹੋਣੀ ਹੈ ਨਾ, ਜਿਹਨੇ ਹੁਕਮ ਮੰਨਿਆ ਹੋਣਾ ਅਧਿਆਪਕ ਦਾ, ਜਿਹਨੇ ਕਿਹਾ ਹੋਣਾ ਵੀ ਟੀਚਰ ਨੇ ਕਿਹਾ ਵੀ ਇਹ ਯਾਦ ਕਰ ਲੈ, ਤੇ ਸਾਲ ਉਸ ਟੀਚਰ ਦੀ ਗੱਲ ਨੂੰ ਮੰਨ ਕੇ ਯਾਦ ਕੀਤਾ ਹੋਣਾ ਨਾ ਗੁਰਮੁਖ ਪਿਆਰਿਓ। ਫਿਰ ਉਹ ਬੱਚਾ ਕਹਿੰਦੇ ਪ੍ਰੈਕਟੀਕਲ ਰੂਪ ਦੇ ਵਿੱਚ ਜਾ ਕੇ ਕਹਿ ਦਿੰਦਾ, ਤੇ ਹਰ ਇੱਕ ਕੁਐਸਚਨ ਦਾ, ਹਰ ਇੱਕ ਪ੍ਰਸ਼ਨ ਦਾ ਉੱਤਰ ਕਹਿੰਦੇ ਸੌਖੇ ਜਿਹੇ ਢੰਗ ਨਾਲ ਦੇ ਕੇ ਸਾਰੇ ਨੰਬਰਾਂ 'ਚੋਂ ਪਾਸ ਹੋ ਜਾਂਦਾ। ਇੱਕ ਉਹ ਹੈ ਜਿਹਨੇ ਕਹਿੰਦੇ ਸਾਲ ਪ੍ਰਿੰਸੀਪਲ ਦੀ ਜਾਂ ਕਿਹਦੀ ਵੀ ਟੀਚਰ ਦੀ ਕੋਈ ਗੱਲ ਹੀ ਨਹੀਂ ਮੰਨੀ, ਉਹਦੀ ਕੋਈ ਗੱਲ ਹੀ ਨਹੀਂ ਮੰਨੀ। ਤੇ ਕਹਿੰਦੇ ਜਦੋਂ ਗੱਲ ਨਹੀਂ ਮੰਨੀ, ਅਖੀਰ ਆਇਆ ਪ੍ਰੈਕਟੀਕਲ ਆਇਆ, ਕਹਿੰਦੇ ਸਾਰੀਆਂ ਕੰਮ ਵੀ ਕੋਈ ਕੀਤਾ ਨਹੀਂ, ਕੋਈ ਕਾਪੀ ਦੇ ਉੱਤੇ ਕੋਈ ਲਿਖਿਆ ਨਹੀਂ। ਕਹਿੰਦੇ ਉਹ ਯਾਦ ਵੀ ਕੀਤਾ ਉਹ ਕਰੇਗਾ ਜਿਹਨੇ ਲਿਖਿਆ ਕੁਝ ਨਹੀਂ, ਤੇ ਜਿਹਨੇ ਯਾਦ ਨਹੀਂ ਕੀਤਾ ਤੇ ਅਖੀਰ ਪ੍ਰੈਕਟੀਕਲ ਵਿੱਚ ਸੁਣਾਵੇਗਾ ਕੀ। ਹੁਣ ਇਸੇ ਤਰ੍ਹਾਂ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਮਨੁੱਖਾ ਜਨਮ ਮਿਲਿਆ, ਮਨੁੱਖਾ ਜਨਮ ਦੇ ਵਿੱਚ ਸ਼ਬਦ ਸਾਡਾ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ। ਇਹਨਾਂ ਨੂੰ ਕਹਿੰਦੇ ਪੜ੍ਹਨ ਵਾਸਤੇ ਮਹਾਂਪੁਰਸ਼ਾਂ ਨੂੰ, ਸਾਨੂੰ ਕਹਿੰਦੇ ਮਹਾਂਪੁਰਸ਼ਾਂ ਦੁਆਰਾ ਸਾਨੂੰ ਇਹ ਸਿੱਖਿਆ ਗਿਆਨ ਮਿਲਦਾ। ਕਿਉਂਕਿ ਬਾਣੀ ਦੇ ਵਚਨ ਨੇ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸਾਨੂੰ ਪੜ੍ਹਾਈ ਕਰਵਾਉਣ ਵਾਸਤੇ ਮਹਾਂਪੁਰਸ਼, ਉਹ ਪ੍ਰਮਾਤਮਾ ਦੇ ਘਰ ਦੇ ਪੁੱਜੇ ਹੋਏ ਜਿਹੜੇ ਮਹਾਂਪੁਰਸ਼ ਨੇ, ਉਹ ਸਾਨੂੰ ਪੜ੍ਹਾਈ ਕਰਵਾਉਣ ਵਾਸਤੇ ਨੇ। ਤੇ ਕਹਿੰਦੇ ਉਹ ਪੜ੍ਹਾਈ ਕਰਵਾਉਂਦੇ ਨੇ, ਦੱਸਦੇ ਨੇ ਜ਼ਿੰਦਗੀ ਵਿੱਚ ਹੁਕਮ ਮੰਨ, ਜ਼ਿੰਦਗੀ ਵਿੱਚ ਸਹਿਜ ਧਾਰਨ ਕਰ, ਪਰਮਾਤਮਾ ਦੇ ਨਾਮ ਦੀ ਵਿਚਾਰ ਕਰ, ਨਾਮ ਜਪ। ਇਹ ਸਾਨੂੰ ਕਹਿੰਦੇ ਸਾਰੇ ਪ੍ਰਸ਼ਨ ਨੇ ਸਾਡੇ। ਅਖੀਰ ਵਿੱਚ ਕੀ ਹੋਣਾ, ਤੇ ਅਖੀਰ ਵਿੱਚ ਕਹਿੰਦੇ ਜਦੋਂ ਲੇਖਾ ਲੈਣਾ, ਨਾਨਕ ਪੌਸਨ ਆਕੀਆਂ ਬੈਠਾ ਕੱਢ ਵਹੀ। ਕਹਿੰਦੇ ਜਦੋਂ ਪ੍ਰਮਾਤਮਾ ਨੇ ਆਪਣੀ ਵਹੀ ਕੱਢ ਕੇ ਬਹਿ ਗਿਆ ਨਾ, ਜਦੋਂ ਆਪਣੀ ਕਹਿੰਦਾ ਲੇਖੇ ਵਾਲੀ ਕਾਪੀ ਕੱਢ ਲਈ, ਜਦੋਂ ਉਹਨੇ ਆਪਣੇ ਪ੍ਰਸ਼ਨਾਂ ਵਾਲੀ ਕਹਿੰਦੇ ਕਾਪੀ ਕੱਢ ਕੇ ਸਾਡੇ ਸਾਹਮਣੇ ਰੱਖ ਦਿੱਤੀ ਨਾ, ਕਿ ਆਹ ਪ੍ਰਸ਼ਨਾਂ ਦੇ ਉੱਤਰ ਲਿਖਦੇ ਪੇਪਰ ਪਾ ਦਿੱਤਾ, ਤੇ ਫਿਰ ਕਹਿੰਦੇ ਜਿਨ੍ਹਾਂ ਨੂੰ ਆਉਂਦਾ ਹੋਵੇਗਾ ਉਹ ਪੂਰੇ ਹੋ ਜਾਵਣਗੇ, ਉਹ ਨੰਬਰ ਪੂਰੇ ਲੈ ਜਾਵਣਗੇ, ਭਾਵ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਚੜ੍ਹ ਜਾਣਗੇ। ਤੇ ਕਹਿੰਦੇ ਜਿਨ੍ਹਾਂ ਨੇ ਕੁਝ ਖੱਟਿਆ ਨਹੀਂ, ਜਿਨ੍ਹਾਂ ਨੇ ਟੀਚਰ ਦੀ ਗੱਲ ਨਹੀਂ ਮੰਨੀ, ਜਿਨ੍ਹਾਂ ਨੇ ਅਧਿਆਪਕ ਨੂੰ ਮੁੱਖ ਰੱਖ ਕੇ ਕਹਿੰਦੇ ਉਹਦੀ ਗੱਲ ਦੇ ਉੱਤੇ ਧਿਆਨ ਹੀ ਨਹੀਂ ਦਿੱਤਾ, ਅਖੀਰ ਵਿੱਚ ਕਹਿੰਦੇ ਫਿਰ ਉਹ ਨਰਕਾਂ ਦੇ ਭਾਗੀ, ਭਾਵ ਕਿ ਫਿਰ ਇਸੇ ਤਰ੍ਹਾਂ ਆਏ ਜਾਏ ਦੁੱਖ ਪਾਏਂਦਾ। ਇਸ ਸੰਸਾਰ ਵਿੱਚ ਆਉਣਾ ਜਾਣਾ ਫਿਰ ਬਣਿਆ ਰਹੇਗਾ, ਤੇ ਫਿਰ ਆਖਰਕਾਰ ਸੱਚ ਦੀ ਹੀ ਜਿੱਤ ਹੋਵੇਗੀ। ਸੱਚ ਹੀ ਉਹ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਚੱਲੇਗਾ। ਇਸ ਕਰਕੇ ਕਹਿ ਦਿੱਤਾ, ਨਾਨਕ ਸੱਚ ਧਿਆਏ ਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ। ਉਹ ਕੱਚੇ ਲੋਕ ਨੇ। ਇਸ ਕਰਕੇ ਸਾਨੂੰ ਬਾਣੀ ਨੇ ਕਿਹਾ ਕਿ ਜੇ ਜੁੜਨਾ ਹੀ ਹੈ ਤੇ ਜੁੜ ਪੱਕਿਆਂ ਦੇ ਨਾਲ, ਨਾਨਕ ਕੱਚੜੀਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਪੱਕਿਆਂ ਦੇ ਨਾਲ ਜੁੜ ਕੇ ਉਸ ਪ੍ਰਮਾਤਮਾ ਦੇ ਹੁਕਮ ਨੂੰ ਬੁੱਝਣਾ ਕਰ, ਉਸ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਕਰ। ਤੇ ਜਦੋਂ ਹੁਕਮ ਮੰਨ ਲਵੇਂਗਾ ਤੇ ਫਿਰ ਕਹਿੰਦੇ ਇਸ ਸੰਸਾਰ ਵਿੱਚੋਂ ਸਫਲਾ ਹੋ ਜਾਵੇਗਾ, ਇਸ ਸੰਸਾਰ ਵਿੱਚੋਂ ਸਫਲਾ ਹੋ ਜਾਵੇਗਾ। ਇਹੀ ਗੱਲ ਨੂੰ ਕਹਿੰਦੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ। ਤੇ ਇਸੇ ਤਰ੍ਹਾਂ ਅੱਖਰੀ ਅਰਥਾਂ ਵਿੱਚ ਕੀ ਕਹਿ ਰਹੇ ਨੇ, ਸਤਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਤੇ ਕਹਿੰਦੇ ਸੱਸੇ ਅੱਖਰ ਦੇ ਨਾਲ
ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੀ ਪਾਤਸ਼ਾਹੀ ਸੱਸਾ ਅੱਖਰ ਹੈ, ਕਿਉਂਕਿ